ਸਤਿ ਸ੍ਰੀ ਅਕਾਲ। ਸਾਹਿਤਕ ਸੱਥ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਗੁਰੂ ਅੰਗਦ ਦੇਵ ਜੀ ਦੇ ਸ਼ਲੋਕ ਜੋ ਹਨ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਗੁਰੂ ਅੰਗਦ ਦੇਵ ਜੀ ਨੇ ਆਪਣੇ ਸ਼ਲੋਕਾਂ ਦੇ ਵਿੱਚ, ਬਾਣੀ ਦੇ ਵਿੱਚ ਮਨੁੱਖ ਮਾਤਰ ਨੂੰ ਪ੍ਰੇਰਣਾ ਦਿੰਦਿਆਂ ਹੋਇਆਂ, ਸਮਝਾਉਂਦਿਆਂ ਹੋਇਆਂ ਫਰਮਾਇਆ ਹੈ ਕਿ ਨਾਲ ਇਆਣੇ ਦੋਸਤੀ ਵਡਾਰੂ ਸਿਓ ਨੇਹੋ, ਪਾਣੀ ਅੰਦਰ ਲੀਕ ਜਿਓ ਤਿਸ ਕਾ ਥਾਓ ਨਾ ਥੇਹੋ। ਗੁਰੂ ਅੰਗਦ ਦੇਵ ਜੀ ਫਰਮਾ ਰਹੇ ਹਨ ਕਿ ਹੇ ਮਨੁੱਖ, ਅਆਣੇ ਦੇ ਨਾਲ, ਨਿਆਣੇ ਦੇ ਨਾਲ ਦੋਸਤੀ ਅਤੇ ਆਪਣੇ ਤੋਂ ਵੱਡੇ ਦੇ ਨਾਲ ਜੋ ਮੋਹ ਹੈ, ਸਨੇਹ ਹੈ, ਸੰਬੰਧ ਹੈ ਕਿਸੇ ਤਰ੍ਹਾਂ ਦਾ, ਉਹ ਨਿਭ ਨਹੀਂ ਸਕਦਾ। ਕਿਉਂਕਿ ਜੋ ਨਿਆਣਾ ਹੈ ਉਸਨੇ ਵੀ ਆਪਣੀ ਬਾਲ ਬੁੱਧੀ ਅਨੁਸਾਰ ਜੋ ਹੈ ਵਰਤਣਾ ਹੈ, ਗੱਲ ਕਰਨੀ ਹੈ, ਅਤੇ ਵਡਾਰੂ ਜੋ ਵੱਡਾ ਹੈ ਉਸਨੇ ਵੀ ਆਪਣੀ ਵਿੱਤ ਮੁਤਾਬਕ ਜੋ ਹੈ ਗੱਲ ਕਹਿਣੀ ਹੈ। ਇਸ ਲਈ ਆਪਣੇ ਤੋਂ ਛੋਟੀ ਉਮਰ ਵਾਲੇ ਦੇ ਨਾਲ, ਅਣਜਾਣੇ ਦੇ ਨਾਲ, ਅਤੇ ਵੱਡੀ ਉਮਰ ਵਾਲੇ ਦੇ ਨਾਲ, ਵੱਡੇ ਦੇ ਨਾਲ, ਇਹ ਵੱਡਾ ਅਹੁਦਾ ਵੀ ਹੋ ਸਕਦਾ ਹੈ, ਵੱਡਾ ਰਾਜ ਭਾਗ ਵੀ ਹੋ ਸਕਦਾ ਹੈ, ਅਤੇ ਅਣਜਾਣਾ ਜੋ ਹੈ ਉਮਰ ਵਿੱਚ ਵੀ ਅਣਜਾਣਾ ਹੋ ਸਕਦਾ ਹੈ, ਅਨੁਭਵ ਵਿੱਚ ਵੀ ਅਣਜਾਣਾ ਹੋ ਸਕਦਾ ਹੈ। ਭਾਵ ਇਹਨਾਂ ਦੀ ਆਪਸ ਦੇ ਵਿੱਚ ਨਿਭਣੀ ਬਹੁਤ ਮੁਸ਼ਕਿਲ ਹੈ। ਕਿਉਂਕਿ ਦੋਹਾਂ ਨੇ ਆਪਣੀ ਸੋਚ ਅਨੁਸਾਰ, ਆਪਣੀ ਬੁੱਧੀ ਅਨੁਸਾਰ ਗੱਲ ਕਰਨੀ ਹੈ, ਅਤੇ ਦੋਹਾਂ ਦਾ ਤਾਲਮੇਲ ਬੈਠ ਸਕਣਾ ਬਹੁਤ ਮੁਸ਼ਕਿਲ ਹੈ। ਠੀਕ ਉਸੇ ਤਰ੍ਹਾਂ ਜਿਵੇਂ ਪਾਣੀ ਅੰਦਰ ਲੀਕ ਜਿਉਂ ਤਿਸ ਕਾ ਥਾਉ ਨਾ ਥੇਹੋ, ਜਿਵੇਂ ਅਸੀਂ ਪਾਣੀ ਦੇ ਵਿੱਚ ਲੀਕ ਮਾਰ ਦਈਏ ਅਤੇ ਉਸਦਾ ਕੋਈ ਨਾਮ ਨਿਸ਼ਾਨ ਨਹੀਂ ਰਹਿ ਸਕਦਾ। ਕਿਉਂਕਿ ਪਾਣੀ ਚੰਚਲ ਹੈ, ਤਰਲ ਹੈ, ਨਿਰੰਤਰ ਉਹ ਗਤੀ ਵਿੱਚ ਰਹਿੰਦਾ ਹੈ। ਇਸ ਲਈ ਉਸ ਦੇ ਵਿੱਚ ਮਾਰੀ ਹੋਈ ਲੀਕ ਜਿਹੜੀ ਹੈ ਉਹ ਸਥਾਈ ਨਹੀਂ ਹੋ ਸਕਦੀ। ਠੀਕ ਇਸੇ ਤਰ੍ਹਾਂ ਜੋ ਹੈ ਅਣਜਾਣਾ ਵੀ ਜੋ ਹੈ ਉਸਦਾ ਮਨ ਜੋ ਹੈ ਚੰਚਲ ਹੁੰਦਾ ਹੈ, ਉਸਨੇ ਵੀ ਆਪਣੀ ਬਾਲ ਬੁੱਧੀ ਅਨੁਸਾਰ ਵਰਤਣਾ ਹੈ। ਅਤੇ ਵਡਾਰੂ ਜੋ ਹੈ ਉਹ ਅਹੁਦੇ ਵਿੱਚ ਜੇ ਵੱਡਾ ਹੈ ਜਾਂ ਦੌਲਤ ਵਿੱਚ ਵੱਡਾ ਹੈ, ਅਤੇ ਉਸਨੇ ਆਪਣੀ ਸਮਰੱਥਾ ਅਨੁਸਾਰ, ਵਿੱਤ ਅਨੁਸਾਰ ਗੱਲ ਕਰਨੀ ਹੈ, ਵਿਹਾਰ ਕਰਨਾ ਹੈ। ਇਸ ਲਈ ਇਹਨਾਂ ਦੋਹਾਂ ਦਾ ਆਪਸ ਦੇ ਵਿੱਚ ਨਿਭ ਸਕਣਾ ਮੁਸ਼ਕਿਲ ਹੈ। ਭਾਵ ਇਹ ਮਨੁੱਖ ਜੋ ਕਿਸੇ ਵੀ ਤਰ੍ਹਾਂ ਦਾ ਪਿਆਰ, ਮੁਹੱਬਤ, ਦੋਸਤੀ ਦਾ ਜਾਂ ਸਨੇਹ ਦਾ ਰਿਸ਼ਤਾ ਤੋਂ ਕਾਇਮ ਕਰਨਾ ਹੈ, ਤਾਂ ਆਪਣੇ ਬਰਾਬਰ ਵਾਲੇ ਦੇ ਨਾਲ ਹੀ ਉਹ ਰਿਸ਼ਤਾ ਜਾਇਜ਼ ਹੈ, ਨਿਭ ਸਕਦਾ ਹੈ। ਆਪਣੇ ਤੋਂ ਛੋਟੇ ਦੇ ਨਾਲ ਜਾਂ ਆਪਣੇ ਤੋਂ ਵੱਡੇ ਦੇ ਨਾਲ ਜੋ ਸੰਬੰਧ ਹਨ ਉਹ ਠੀਕ ਉਸੇ ਤਰ੍ਹਾਂ ਸਥਾਈ ਨਹੀਂ ਹੋ ਸਕਦੇ, ਨਿਭ ਨਹੀਂ ਸਕਦੇ, ਜਿਸ ਤਰ੍ਹਾਂ ਪਾਣੀ ਦੇ ਅੰਦਰ ਲੀਕ ਜੋ ਹੈ ਉਹ ਸਥਾਈ ਨਹੀਂ ਹੋ ਸਕਦੀ। ਅਗਲਾ ਸ਼ਲੋਕ ਹੈ, ਸੋ ਕਿਉ ਮੰਦਾ ਆਖੀਐ ਜੋ ਹੁਕਮਹਿ ਅੰਧਾ ਹੋਏ, ਨਾਨਕ ਹੁਕਮ ਨ ਬੂਝਈ ਅੰਧਾ ਕਹੀਐ ਸੋਏ। ਗੁਰੂ ਅੰਗਦ ਦੇਵ ਜੀ ਫਰਮਾ ਰਹੇ ਨੇ ਕਿ ਸੋ ਕਿਉਂ ਮੰਦਾ ਆਖੀਏ, ਉਸ ਮਨੁੱਖ ਨੂੰ ਅਸੀਂ ਮੰਦਾ, ਬੁਰਾ, ਭਲਾ ਕਿਉਂ ਕਹੀਏ ਜੋ ਹੁਕਮਹਿ ਅੰਧਾ ਹੋਏ, ਕਿ ਜਿਹੜਾ ਰੱਬ ਦੇ ਹੁਕਮ ਅਨੁਸਾਰ ਜੋ ਹੈ ਅੰਨਾ ਹੈ। ਭਾਵ ਜੋ ਜਨਮ ਜਾਤ ਹੀ ਜੋ ਅੱਖਾਂ ਤੋਂ ਹੀਣਾ ਹੈ ਜਾਂ ਕਿਸੇ ਅੰਗ ਤੋਂ ਹੀਣਾ ਹੈ, ਅਤੇ ਉਸ ਦੇ ਵਿੱਚ ਉਸਦਾ ਕੋਈ ਕਸੂਰ ਨਹੀਂ ਹੈ। ਕਿਉਂਕਿ ਉਹ ਤਾਂ ਕੁਦਰਤ ਅਨੁਸਾਰ, ਉਹ ਕਾਦਰ ਅਨੁਸਾਰ ਜੋ ਹੈ ਉਸੇ ਤਰ੍ਹਾਂ ਦੀ ਉਸਦੀ ਹੋਂਦ ਕਾਇਮ ਹੋਈ ਹੈ। ਨਾਨਕ ਹੁਕਮ ਨਾ ਬੂਝਈ ਅੰਧਾ ਕਹੀਐ ਸੋਏ। ਗੁਰੂ ਅੰਗਦ ਦੇਵ ਜੀ ਫਰਮਾ ਰਹੇ ਨੇ ਕਿ ਜਿਹੜੇ ਹੁਕਮ ਅਦੁੱਲੀ ਕਰਦਾ ਹੈ, ਜਿਹੜਾ ਹੁਕਮ ਨੂੰ ਮੰਨਦਾ ਨਹੀਂ, ਹੁਕਮ ਦੀ ਅਵੇਲਨਾ ਕਰਦਾ ਹੈ, ਜਾਂ ਬੁੱਧੀ ਹੋਣ ਦੇ ਬਾਵਜੂਦ ਹੁਕਮ ਨੂੰ ਸਮਝਦਾ ਨਹੀਂ, ਅੰਧਾ ਤਾਂ ਉਹ ਹੋ ਸਕਦਾ ਹੈ, ਉਹਨੂੰ ਕਿਹਾ ਜਾ ਸਕਦਾ ਹੈ। ਕਿਉਂਕਿ ਉਹ ਸਭ ਕੁਝ ਹੋਣ ਦੇ ਬਾਵਜੂਦ, ਸਮਰੱਥਾ ਹੋਣ ਦੇ ਬਾਵਜੂਦ ਵੀ ਹੁਕਮ ਅਦੁੱਲੀ ਕਰਦਾ ਹੈ, ਆਪਣੀ ਜ਼ਿੰਮੇਵਾਰੀ ਨੂੰ ਨਹੀਂ ਨਿਭਾਉਂਦਾ। ਅਸਲੀ ਅਰਥਾਂ ਦੇ ਵਿੱਚ ਅੰਨਾ ਉਹੀ ਹੈ ਜੋ ਅੱਖਾਂ ਹੋਣ ਦੇ ਬਾਵਜੂਦ ਵੀ ਜਿਸ ਨੂੰ ਆਪਣਾ ਜਾਂ ਸਮਾਜ ਦਾ ਜੋ ਚੰਗਾ ਬੁਰਾ ਨਜ਼ਰ ਨਹੀਂ ਆਉਂਦਾ। ਅੰਨਾ ਤਾਂ ਉਹ ਹੈ, ਨਾ ਕਿ ਉਹ ਜਿਹੜਾ ਹੁਕਮ ਦੇ ਅਨੁਸਾਰ ਜਨਮ ਤੋਂ ਹੀ ਅੱਖਾਂ ਤੋਂ ਹੀਣਾ ਹੈ। ਸੋ ਕਿਉ ਜੇ ਸੋ ਚੰਦਾ ਉਗ ਵਹਿ, ਸੂਰਜ ਚੜ੍ਹੈ ਹਜ਼ਾਰ। ਫਿਰ ਗੁਰੂਦੇਵ ਫਰਮਾ ਰਹੇ ਨੇ ਕਿ ਜੇ 100 ਭਾਵ ਸੈਂਕੜੇ ਚੰਦੇ ਧਰਤੀ 'ਤੇ ਉਗ ਪੈਣ, ਸੂਰਜ ਚੜ੍ਹੈ ਹਜ਼ਾਰ, ਹਜ਼ਾਰਾਂ ਗਿਣਤੀ ਦੇ ਵਿੱਚ ਸੂਰਜ ਜੋ ਹਨ ਉਹ ਪ੍ਰਕਾਸ਼ਵਾਨ ਹੋ ਜਾਣ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਸੰਸਾਰ ਦੇ ਉੱਤੇ ਰੋਸ਼ਨੀ ਹੋ ਜਾਏਗੀ। ਸੰਸਾਰ 'ਤੇ ਜਿੰਨੀ ਮਰਜ਼ੀ ਰੋਸ਼ਨੀ ਹੋ ਜਾਏ, ਇਹ ਬਾਹਰੀ ਰੋਸ਼ਨੀ ਹੈ। ਬਾਹਰੀ ਰੋਸ਼ਨੀ ਗੁਰੂਦੇਵ ਕਹਿ ਰਹੇ ਨੇ ਕਿ ਉਨੀ ਦੇਰ ਤੱਕ ਵਾਜਿਬ ਨਹੀਂ ਹੈ ਜਾਂ ਮਨੁੱਖ ਦਾ ਕੁਝ ਸਵਾਰ ਨਹੀਂ ਸਕਦੀ, ਜਿੰਨੀ ਦੇਰ ਤੱਕ ਮਨੁੱਖ ਦੇ ਹਿਰਦੇ ਦੇ ਵਿੱਚ
ਚਾਨਣ ਨਹੀਂ ਹੁੰਦਾ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਜਦੋਂ ਹਿਰਦੇ ਵਿੱਚ ਚਾਨਣ ਭਾਵ ਜਦੋਂ ਮਨੁੱਖ ਨੂੰ ਜੋ ਹੈ ਸੋਝੀ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਹੈ, ਗਿਆਨ ਹੀ ਮਨੁੱਖ ਦੇ ਹਿਰਦੇ ਵਿੱਚ ਚਾਨਣ ਕਰਦਾ ਹੈ, ਪ੍ਰਕਾਸ਼ਵਾਨ ਹੁੰਦਾ ਹੈ ਮਨੁੱਖ ਦਾ ਹਿਰਦਾ। ਔਰ ਇਹ ਗਿਆਨ ਦਾ ਚਾਨਣ ਕਿਸ ਦੁਆਰਾ ਪ੍ਰਾਪਤ ਹੁੰਦਾ ਹੈ? ਗੁਰੂ ਬਿਨਾਂ। ਗੁਰ ਬਿਨ ਘੋਰ ਅੰਧਾਰ ਭਾਵ ਗੁਰੂ ਦੀ ਮਹਿਮਾ ਦਾ ਬਿਆਨ ਕਰਦੇ ਹੋਏ ਗੁਰੂਦੇਵ ਨੇ ਫਰਮਾਇਆ ਹੈ ਕਿ ਧਰਤੀ ਦੇ ਉੱਪਰ ਭਾਵੇਂ ਸੈਂਕੜੇ ਚੰਦਰਮਾਵਾਂ ਦੀ ਰੋਸ਼ਨੀ ਹੋ ਜਾਵੇ, ਹਜ਼ਾਰਾਂ ਸੂਰਜ ਜੋ ਹਨ ਪ੍ਰਕਾਸ਼ਵਾਨ ਹੋ ਜਾਣ, ਪਰ ਇਹ ਬਾਹਰੀ ਚਾਨਣ ਓਨੀ ਦੇਰ ਤੱਕ ਮਨੁੱਖ ਦਾ ਕੁਝ ਸਵਾਰ ਨਹੀਂ ਸਕਦਾ ਜਿੰਨੀ ਦੇਰ ਤੱਕ ਉਸਦੇ ਹਿਰਦੇ ਵਿੱਚ ਗਿਆਨ ਦਾ ਚਾਨਣ ਉਦੈ ਨਹੀਂ ਹੁੰਦਾ। ਔਰ ਇਹ ਗਿਆਨ ਦਾ ਚਾਨਣ ਕਿਸ ਤਰ੍ਹਾਂ ਉਦੈ ਹੋ ਸਕਦਾ ਹੈ? ਗੁਰੂ ਦੇ ਗਿਆਨ, ਗੁਰੂ ਧਾਰਨ ਦੇ ਨਾਲ, ਗੁਰੂ ਤੋਂ ਸੱਚਾ ਗਿਆਨ ਹਾਸਿਲ ਕਰਨ ਦੇ ਨਾਲ। ਅਨਿਅਥਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਘੋਰ ਹਨੇਰਾ, ਅਗਿਆਨਤਾ ਦਾ ਹਨੇਰਾ ਛਾਇਆ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਗੁਰੂ ਦੀ ਮਹਿਮਾ ਦਾ ਬਿਆਨ ਕੀਤਾ ਹੈ ਕਿ ਮਨੁੱਖ ਨੂੰ ਆਪਣੇ ਜੀਵਨ ਦੇ ਵਿੱਚ ਇੱਕ ਚੰਗੇ ਗੁਰੂ ਨੂੰ ਧਾਰਨ ਕਰਕੇ ਆਪਣੇ ਜੋ ਹੈ ਹਿਰਦੇ ਵਿੱਚ ਗਿਆਨ ਦਾ ਚਾਨਣ ਫੈਲਾਉਣਾ ਚਾਹੀਦਾ ਹੈ, ਨਹੀਂ ਤਾਂ ਉਸਦੀ ਜ਼ਿੰਦਗੀ ਜੋ ਹੈ ਹਨੇਰੇ ਭਰਪੂਰ ਬਣੀ ਰਹੇਗੀ। ਅਗਲੇ ਸ਼ਲੋਕ ਵਿੱਚ ਗੁਰੂਦੇਵ ਨੇ ਫਰਮਾਇਆ ਹੈ ਕਿ ਜਿਸ ਪਿਆਰੇ ਸਿਓ ਨੇਹ, ਜਿਸ ਪਿਆਰੇ ਸਿਓ ਨੇਹ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਸ਼ੈ ਜੀਵਨਾ। ਭਾਵ ਹੇ ਮਨੁੱਖ, ਜਿਸ ਪਿਆਰੇ ਸਿਓ ਨੇਹ, ਜਿਸ ਪ੍ਰੀਤਮ ਪਿਆਰੇ ਦੇ ਨਾਲ ਤੇਰਾ ਮੋਹ ਹੈ, ਮੁਹੱਬਤ ਹੈ, ਤਿਸ ਆਗੈ ਮਰ ਚੱਲੀਐ। ਭਾਵ ਉਸਦੇ ਸਾਹਮਣੇ ਤੈਨੂੰ ਆਪਣੇ ਮਨ ਨੂੰ ਮਾਰ ਲੈਣਾ ਚਾਹੀਦਾ ਹੈ। ਮਨ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹੰਕਾਰ, ਉੱਚੇ ਨੀਵਾਂ ਜੋ ਹੈ ਭਾਵ ਨਹੀਂ ਹੋਣਾ ਚਾਹੀਦਾ, ਕਿਸੇ ਤਰ੍ਹਾਂ ਦੀ ਕੋਈ ਹੰਕਾਰੀ ਬਿਰਤੀ ਨਹੀਂ ਹੋਣੀ ਚਾਹੀਦੀ ਉਸ ਮਨੁੱਖ ਦੇ ਸਾਹਮਣੇ ਤੇਰੀ, ਜਿਸ ਨੂੰ ਤੂੰ ਦਿਲੋਂ ਜਾਂ ਮਨੋਂ ਪਿਆਰ ਕਰਦਾ ਹੈ। ਉਸ ਦੇ ਸਾਹਮਣੇ ਆਕੜ ਕੇ ਰਹਿਣਾ ਜਾਇਜ਼ ਨਹੀਂ ਹੈ। ਨਿਉਣਾ ਭਾਵ ਉਸ ਦੇ ਅੱਗੇ ਵਿਨਮਰ ਹੋ ਕੇ ਗੱਲ ਕਰਨੀ ਤੇਰਾ ਫਰਜ਼ ਬਣਦਾ ਹੈ। ਤ੍ਰਿਗ ਜੀਵਨ ਸੰਸਾਰ ਤਾਕੈ ਪਾਸ਼ੈ ਜੀਵਨਾ। ਗੁਰੂਦੇਵ ਫਰਮਾ ਰਹੇ ਨੇ ਕਿ ਤ੍ਰਿਗ ਜੀਵਨ ਸੰਸਾਰ, ਉਸ ਤੋਂ ਬਿਨਾਂ ਜਾਂ ਉਸ ਦੇ ਸਾਹਮਣੇ ਜੋ ਹੈ ਹੰਕਾਰੀ ਹੋ ਕੇ ਜੀਣਾ ਜੋ ਹੈ ਸੰਸਾਰ ਦੇ ਵਿੱਚ ਤੇਰੇ ਲਈ ਲਾਨਤ ਹੈ, ਤ੍ਰਿਗ ਹੈ। ਤਾਕੈ ਪਾਸ਼ੈ ਜੀਵਨਾ। ਇਸ ਸ਼ਲੋਕ ਨੂੰ ਅਸੀਂ ਦੂਸਰੇ ਢੰਗ ਨਾਲ ਵੀ ਸਮਝ ਸਕਦੇ ਹਾਂ। ਗੁਰੂਦੇਵ ਨੇ ਫਰਮਾਇਆ ਹੈ ਕਿ ਹੇ ਮਨੁੱਖ, ਜਿਸ ਪ੍ਰੀਤਮ ਪਿਆਰੇ ਦੇ ਨਾਲ ਤੇਰਾ ਮੋਹ ਮੁਹੱਬਤ ਹੈ, ਭਾਵ ਹਰ ਮਨੁੱਖ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਅਜਿਹਾ ਪਲ ਨਾ ਆਵੇ ਜਿਸ ਸਦਕਾ ਜੋ ਹੈ ਉਸਦੇ ਹਿਰਦੇ ਨੂੰ ਚੋਟ ਪਹੁੰਚੇ। ਇਸ ਲਈ ਗੁਰੂਦੇਵ ਫਰਮਾਉਂਦੇ ਹਨ ਕਿ ਜਿਸ ਨੂੰ ਸੱਚੇ ਦਿਲੋਂ ਪਿਆਰ ਕਰਦਾ ਹੈ ਮਨੁੱਖ, ਚਾਹੁੰਦਾ ਹੈ ਕਿ ਉਸ ਤੋਂ ਪਹਿਲਾਂ ਇਸ ਸੰਸਾਰ ਤੋਂ ਰੁਖਸਤ ਹੋ ਜਾਵੇ, ਕਿਉਂਕਿ ਉਸ ਦੇ ਵਿਛੋੜੇ ਦੇ ਵਿੱਚ, ਉਸ ਤੋਂ ਬਿਨਾਂ ਇਸ ਸੰਸਾਰ ਦੇ ਵਿੱਚ ਉਸ ਦੇ ਲਈ ਜਿਉਣਾ ਜੋ ਹੈ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਕਿਉਂਕਿ ਆਪਣੇ ਪ੍ਰੀਤਮ ਪਿਆਰੇ ਦੇ ਵਿਯੋਗ ਦੇ ਵਿੱਚ ਜਾਂ ਉਸ ਤੋਂ ਪਿੱਛੋਂ ਜਿਉਣਾ ਜੋ ਹੈ ਮਨੁੱਖ ਦੇ ਲਈ ਮਰਨ ਦੇ ਸਮਾਨ ਜਾਂ ਮੌਤ ਦੇ ਸਮਾਨ ਹੈ। ਸੋ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਦੀਜੈ ਡਾਰ। ਕਿ ਜੋ ਸਿਰ ਸਾਈਂ ਨਾ ਨਿਵੈ, ਗੁਰੂਦੇਵ ਫਰਮਾ ਰਹੇ ਨੇ ਕਿ ਜੋ ਸਿਰ ਉਸ ਪ੍ਰਭੂ, ਉਸ ਪ੍ਰੀਤਮ ਪਿਆਰੇ ਦੇ ਅੱਗੇ ਨਿਉਂਦਾ ਨਹੀਂ, ਝੁਕਦਾ ਨਹੀਂ, ਸੋ ਸਿਰ ਦੀਜੈ ਡਾਰ, ਉਸ ਸਿਰ ਨੂੰ ਵੱਢ ਦੇਣਾ ਚਾਹੀਦਾ ਹੈ। ਭਾਵ ਜਿਸ ਮਨੁੱਖ ਦੇ ਦਿਮਾਗ ਜੋ ਹੈ ਉਤਲੇ ਆਸਮਾਨ ਦੇ ਵਿੱਚ ਰਹਿੰਦਾ ਹੈ, ਜਿਸ ਮਨੁੱਖ ਦੇ ਦਿਮਾਗ ਦੇ ਵਿੱਚ ਜੋ ਹੈ ਉੱਚੇਪਨ ਦੇ ਭਾਵ ਵਿਰਾਜਮਾਨ ਰਹਿੰਦੇ ਹਨ, ਜੋ ਮਨੁੱਖ ਸੋਚਦਾ ਹੈ ਕਿ ਉਹ ਸਭ ਤੋਂ ਉੱਚਾ ਹੈ, ਜਿਹੜਾ ਮਨੁੱਖ ਉਸ ਪ੍ਰਭੂ ਪ੍ਰੀਤਮ, ਉਸ ਇਲਾਹੀ ਜੋਤ, ਉਸ ਕਾਦਰ ਦੇ ਅੱਗੇ ਵੀ ਨਹੀਂ ਝੁਕਦਾ, ਅਜਿਹੇ ਸਿਰ ਨੂੰ ਤਾਂ ਵੱਢ ਕੇ ਸੁੱਟ ਦੇਣਾ ਚਾਹੀਦਾ ਹੈ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਸੋ ਪਿੰਜਰ ਲੈ ਜਾਰ। ਕਿਉਂਕਿ ਗੁਰੂਦੇਵ ਫਰਮਾ ਰਹੇ ਨੇ ਕਿ ਮਨੁੱਖ ਜੋ ਹੈ ਉਸ ਪਰਮਾਤਮਾ ਨਾਲੋਂ ਵਿਛੜੀ ਹੋਈ ਇੱਕ ਆਤਮਾ ਹੈ, ਜਿਸ ਪਿੰਜਰ ਮੈਂ ਬਿਰਹਾ ਨਹੀਂ। ਇਸ ਲਈ ਜਿਸ ਜੀਵ ਦੇ ਹਿਰਦੇ ਦੇ ਵਿੱਚ ਇਸ ਗੱਲ ਦਾ ਅਹਿਸਾਸ ਨਹੀਂ ਕਿ ਉਸ ਇਲਾਹੀ ਨਾਲ, ਜੋਤ ਨਾਲੋਂ ਵਿਛੜਿਆ ਹੋਇਆ ਹੈ, ਸੋ ਪਿੰਜਰ ਲੈ ਜਾਰ,
ਕਿਉਂਕਿ ਅਜਿਹਾ ਸਰੀਰ ਜੋ ਹੈ ਮਨੁੱਖ ਦਾ ਉਹ ਜਲਾਉਣ ਦੇ ਕਾਬਿਲ ਹੈ, ਭਾਵ ਉਸਨੂੰ ਜਲਾ ਦੇਣਾ ਚਾਹੀਦਾ ਹੈ। ਕਿਉਂ ਜਲਾ ਦੇਣਾ ਚਾਹੀਦਾ ਹੈ? ਕਿਉਂਕਿ ਉਸ ਜੀਵ ਦੇ ਹਿਰਦੇ ਦੇ ਵਿੱਚ ਜੋ ਹੈ ਅਜਿਹੇ ਭਾਵ ਹੀ ਪੈਦਾ ਨਹੀਂ ਹੋ ਰਹੇ, ਵਿਛੋੜੇ ਦੀ ਕੋਈ ਤੜਪ ਪੈਦਾ ਨਹੀਂ ਹੋ ਰਹੀ, ਆਪਣੀ ਇਸ ਹਕੀਕਤ ਦਾ ਅਹਿਸਾਸ ਨਹੀਂ ਹੋ ਰਿਹਾ। ਉਹ ਸਰੀਰ ਮਨੁੱਖਾ ਦੇਹ ਜੋ ਹੈ ਉਹ ਪਿੰਜਰ ਦੇ ਸਮਾਨ ਹੈ। ਇਸ ਲਈ ਅਜਿਹੇ ਸਰੀਰ ਨੂੰ ਤਾਂ ਸਾੜ ਕੇ ਸੁਆਹ ਕਰ ਦੇਣਾ ਚਾਹੀਦਾ ਹੈ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ। ਗੁਰੂਦੇਵ ਫਰਮਾ ਰਹੇ ਨੇ ਕਿ ਇਹ ਮਨੁੱਖ ਇਸ ਦੁਨੀਆ ਦੇ ਉੱਤੇ ਮਨੁੱਖ ਸੋਚਦਾ ਹੈ ਕਿ ਜੋ ਦਾਤਾਂ ਹਨ ਜੋ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਹਨ, ਪਰ ਮਨੁੱਖ ਉਸ ਨੂੰ ਆਪਣੀ ਪ੍ਰਾਪਤੀ ਸਮਝਦਾ ਹੈ ਔਰ ਮਨੁੱਖ ਜੋ ਹੈ ਆਪਣੇ ਸੋਚ ਅਨੁਸਾਰ, ਆਪਣੀ ਬੁੱਧੀ ਅਨੁਸਾਰ ਬਹੁਤ ਕੁਛ ਕਰਦਾ ਹੈ, ਪਰ ਅਸਲੀ ਜੋ ਸੰਤੁਸ਼ਟੀ ਹੁੰਦੀ ਹੈ, ਪ੍ਰਾਪਤੀ ਹੁੰਦੀ ਹੈ, ਨਾਨਕ ਸਾਈ ਕਰਾਮਾਤ ਸਾਹਿਬ ਤੁਠੈ ਜੋ ਮਿਲੈ। ਪਰਮਾਤਮਾ ਦੀ ਰਜ਼ਾ ਅਨੁਸਾਰ, ਰਹਿਮਤ ਅਨੁਸਾਰ ਜੋ ਹੈ ਉਸਦੀ ਖੁਸ਼ੀ ਅਨੁਸਾਰ ਜੋ ਚੀਜ਼ ਮਿਲਦੀ ਹੈ, ਭਾਵ ਜੋ ਸਾਡਾ ਅਸਲੀ ਹੱਕ ਹੁੰਦਾ ਹੈ, ਉਹੀ ਸਾਨੂੰ ਮਾਨਸਿਕ ਸੰਤੁਸ਼ਟੀ ਦਿੰਦਾ ਹੈ। ਭਾਵ ਦੂਸਰਿਆਂ ਦਾ ਹੱਕ ਖੋਹ ਕੇ ਅਸੀਂ ਭਾਵੇਂ ਕਿੰਨੀ ਵੀ ਦੌਲਤ ਇਕੱਠੀ ਕਰ ਲਈਏ, ਉਹ ਜੋ ਹੈ ਕਿਸੇ ਲੇਖੇ ਨਹੀਂ ਲੱਗਦੀ, ਕਿਸੇ ਕੰਮ ਨਹੀਂ ਆਉਂਦੀ। ਉਸ ਦੇ ਨਾਲ ਮਨੁੱਖ ਦੇ ਹਿਰਦੇ ਦੇ ਵਿੱਚ ਲੋਭ ਲਾਲਚ ਦੇ ਭਾਵ ਸਗੋਂ ਹੋਰ ਪੈਦਾ ਹੁੰਦੇ ਜਾਂਦੇ ਨੇ। ਪਰ ਜੋ ਮਨੁੱਖ ਦਾ ਅਸਲੀ ਹੱਕ ਸੱਚ ਦੀ ਕਮਾਈ ਜੋ ਹੈ ਉਹੀ ਉਸ ਨੂੰ ਜ਼ਿੰਦਗੀ ਦੇ ਵਿੱਚ ਸਹੀ ਸਕੂਨ ਬਖਸ਼ਦੀ ਹੈ, ਮਾਨਸਿਕ ਸ਼ਾਂਤੀ ਬਖਸ਼ਦੀ ਹੈ ਔਰ ਸੁਖਮੈ ਖੁਸ਼ਹਾਲੀ ਭਰੇ ਜੀਵਨ ਜਾਂ ਜ਼ਿੰਦਗੀ ਬਿਤਾਉਣ ਦਾ ਅਹਿਸਾਸ ਪੈਦਾ ਕਰਦੀ। ਭਾਵ ਜੋ ਮਨੁੱਖ ਇਸ ਸੰਸਾਰ 'ਤੇ ਰਹਿੰਦਿਆਂ ਹੋਇਆਂ ਚੰਗੇ ਕਰਮ ਕਰਦਾ ਹੈ, ਚੰਗੇ ਕਰਮ ਕਰਦਿਆਂ ਹੋਇਆਂ ਮਿਹਨਤ ਦੀ ਹੱਕ ਸੱਚ ਦੀ ਕਮਾਈ ਜੋ ਹੈ ਪ੍ਰਾਪਤ ਕਰਦਾ ਹੈ, ਉਹੀ ਕਮਾਈ ਜੋ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਪਰਮਾ ਆਨੰਦ ਦੀ ਸਥਿਤੀ ਪੈਦਾ ਕਰਦੀ ਹੈ। ਇਸ ਤੋਂ ਅਗਲੇ ਕਾਵਿ-ਬੰਧ ਵਿੱਚ ਸ਼ਲੋਕ ਵਿੱਚ ਗੁਰੂਦੇਵ ਨੇ ਫਰਮਾਇਆ ਹੈ ਕਿ ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਭਾਵ ਜੋ ਕੰਮ ਮਨੁੱਖ ਜੋ ਹੈ ਬੱਧਾ ਚੱਟੀ ਭਾਵ ਮਜਬੂਰੀ ਦੇ ਵਿੱਚ ਕਰਦਾ ਹੈ, ਜੋ ਦਿਲੋਂ ਨਹੀਂ ਕਰਦਾ, ਜਿਸ ਕੰਮ ਨੂੰ ਕਰਨ ਦੇ ਵਿੱਚ ਉਸ ਦਾ ਮਨ ਨਹੀਂ ਕਰਦਾ, ਜੋ ਅੰਦਰੋਂ ਉਸ ਦੀ ਰੂਹ ਜੋ ਹੈ ਉਸ ਕੰਮ ਕਰਨ ਦੇ ਲਈ ਉਸ ਨਹੀਂ ਪ੍ਰੇਰਦੀ ਮਨੁੱਖ ਨੂੰ, ਜੋ ਮਜਬੂਰੀ ਦੇ ਵਿੱਚ ਦੂਸਰੇ ਦੇ ਕਹਿਣ 'ਤੇ ਕਰਦਾ ਹੈ, ਉਸ ਕੰਮ ਨੂੰ ਕਰਨ ਦਾ ਕੋਈ ਨਾ ਗੁਣ ਨਾ ਉਪਕਾਰ, ਕੋਈ ਫਾਇਦਾ ਨਹੀਂ ਹੈ। ਕਿਉਂਕਿ ਉਸ ਨੂੰ ਕੰਮ ਨੂੰ ਕਰਕੇ ਮਨੁੱਖ ਨੂੰ ਨਾ ਤਾਂ ਖੁਦ ਕੁਛ ਸਿੱਖ ਸਕਦਾ ਹੈ, ਗਿਆਨ ਹੁੰਦਾ ਹੈ, ਕੋਈ ਉਸਦੇ ਮਨ ਦੇ ਵਿੱਚ ਗੁਣ ਜਾਂ ਉਸ ਦੀ ਜ਼ਿੰਦਗੀ ਦੇ ਵਿੱਚ ਉਸ ਕੰਮ ਦਾ ਕੋਈ ਲਾਭ ਹੁੰਦਾ ਹੈ, ਨਾ ਉਪਕਾਰ, ਨਾ ਉਹ ਉਪਕਾਰ ਭਾਵ ਦੂਸਰਿਆਂ ਦਾ ਹੀ ਭਲਾ ਕਰ ਸਕਦਾ ਹੈ, ਨਾ ਤਾਂ ਆਪਣਾ ਭਲਾ ਕਰ ਸਕਦਾ ਹੈ, ਨਾ ਕੁਝ ਸਿੱਖ ਹੀ ਸਕਦਾ ਹੈ, ਕੋਈ ਗੁਣ ਗ੍ਰਹਿਣ ਕਰ ਸਕਦਾ ਹੈ। ਕਿਉਂ ਨਹੀਂ ਕਰ ਸਕਦਾ? ਕਿਉਂਕਿ ਉਸ ਨੂੰ ਕੰਮ ਨੂੰ ਮਨ ਲਾ ਕੇ ਨਹੀਂ ਕੀਤਾ, ਬੱਧਾ ਚੱਟੀ ਮਜਬੂਰੀ ਦੇ ਵਿੱਚ ਭਰੇ ਮਨ ਦੇ ਨਾਲ, ਉਕਤਾਏ ਹੋਏ ਮਨ ਦੇ ਨਾਲ ਜੇਕਰ ਅਸੀਂ ਕੋਈ ਕੰਮ ਕਰਦੇ ਹਾਂ ਅਤੇ ਉਸ ਕੰਮ ਦਾ ਨਾ ਖੁਦ ਨੂੰ ਫਾਇਦਾ ਹੁੰਦਾ ਹੈ, ਨਾ ਅਸੀਂ ਕੁਝ ਉਸ ਕੰਮ ਤੋਂ ਕੋਈ ਅਨੁਭਵ, ਕੋਈ ਚੰਗਿਆਈ, ਕੋਈ ਗੁਣ ਗ੍ਰਹਿਣ ਕਰ ਸਕਦੇ ਹਾਂ। ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਰਾਸ। ਗੁਰੂਦੇਵ ਫਰਮਾ ਰਹੇ ਨੇ ਕਿ ਜੋ ਕੰਮ ਖੁਸ਼ੀ ਖੁਸ਼ੀ ਦੇ ਨਾਲ ਕੀਤਾ ਜਾਂਦਾ ਹੈ, ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਯਾਨੀ ਕਿ ਹਰ ਕੰਮ ਦਾ ਨਿਚੋੜ ਸਾਰ ਤੱਤ ਇਹੀ ਹੈ ਕਿ ਜੋ ਕੰਮ ਦਿਲੋਂ ਕੀਤਾ ਜਾਵੇ, ਖੁਸ਼ੀ ਦੇ ਨਾਲ ਕੀਤਾ ਜਾਵੇ, ਚਾਅ ਦੇ ਨਾਲ ਕੀਤਾ ਜਾਵੇ, ਉਸ ਕੰਮ ਦਾ ਹੀ ਫਾਇਦਾ ਹੁੰਦਾ ਹੈ, ਆਪ ਨੂੰ ਵੀ ਅਤੇ ਸਮਾਜ ਨੂੰ ਵੀ। ਨਾਨਕ ਤਿਨ੍ਹਾਂ ਬਸੰਤ ਹੈ ਜਿਨ ਘਰ ਵਸਿਆ ਕੰਤ। ਗੁਰੂਦੇਵ ਫਰਮਾ ਰਹੇ ਨੇ ਕਿ ਨਾਨਕ ਤਿਨ੍ਹਾਂ ਬਸੰਤ ਹੈ, ਭਾਵ ਉਹ ਜੀਵ ਆਤਮਾਵਾਂ ਜੋ ਹਨ ਉਹਨਾਂ ਦੇ ਲਈ ਇਸ ਸੰਸਾਰ 'ਤੇ ਆਗਮਨ ਜੋ ਹੈ ਇੱਕ ਬਸੰਤ ਦੇ ਮਹੀਨੇ ਸਮਾਨ। ਬਸੰਤ ਦੇ ਮਹੀਨੇ ਦੇ ਵਿੱਚ ਕੁਦਰਤ ਦੇ ਵਿੱਚ ਚਾਰ ਚੁਫੇਰੇ ਖੇੜਾ ਹੁੰਦਾ ਹੈ, ਖੁਸ਼ੀ ਹੁੰਦੀ ਹੈ, ਰੌਣਕ ਹੁੰਦੀ ਹੈ, ਸੁਗੰਧੀ ਹੁੰਦੀ ਹੈ। ਠੀਕ ਇਸੇ ਤਰ੍ਹਾਂ ਉਸ ਜੀਵ ਦੀ ਜ਼ਿੰਦਗੀ ਵੀ ਜਿਹੜੀ ਹੈ ਬਸੰਤ ਦੇ ਮਹੀਨੇ ਵਾਂਗ ਖੁਸ਼ੀਆਂ ਦੇ ਖੇੜਿਆਂ ਦੇ ਨਾਲ ਭਰਪੂਰ ਹੋ ਜਾਂਦੀ ਹੈ। ਜਿਨ ਘਰ ਵਸਿਆ ਕੰਤ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪ੍ਰਭੂ ਰੂਪੀ ਪਰਮਾਤਮਾ ਜੋ ਹੈ ਉਸ ਦਾ ਵਾਸ ਹੈ। ਜਿਨ ਕੇ ਕੰਤ ਦਿਸਾਪੁਰੀ ਸੇ ਅਹਨਿਸ ਫਿਰਹਿ ਜਲੰਤ। ਗੁਰੂਦੇਵ ਫਰਮਾ ਰਹੇ ਨੇ ਕਿ ਜਿਨ੍ਹਾਂ ਜੀਵ ਆਤਮਾਵਾਂ ਦੇ ਕੰਤ ਭਾਵ
ਪ੍ਰੀਤਮ ਪਿਆਰੇ ਜੋ ਹਨ ਦਿਸ਼ਾ ਭਰੀ, ਉਸ ਤੋਂ ਦੂਰ ਕਿਸੇ ਦੂਰ ਦਿਸ਼ਾ ਦੇ ਵਿੱਚ ਗਏ ਹੋਏ ਹਨ। ਭਾਵ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਪ੍ਰੀਤਮ ਜਾਂ ਪਤੀ ਰੂਪੀ ਪਰਮਾਤਮਾ ਦੇ ਦਾ ਵਿਛੋੜਾ ਜੋ ਹੈ ਭੋਗਣਾ ਲਿਖਿਆ ਹੋਇਆ ਹੈ। ਸੇ ਅਹਨਿਸ ਫਿਰ ਹੈ ਜਲੰਤ। ਅਹਨਿਸ ਤੋਂ ਭਾਵ ਹੈ ਦਿਨ ਰਾਤ। ਅਜਿਹੀਆਂ ਜੀਵ ਆਤਮਾਵਾਂ ਜੋ ਹਨ ਉਹ ਵਿਛੋੜੇ ਦੇ ਦਰਦ ਦੇ ਵਿੱਚ ਜਲਦੀਆਂ ਹਨ, ਖੁਸ਼ੀ ਨਹੀਂ ਮਾਣ ਸਕਦੀਆਂ ਸੰਸਾਰ ਦੇ ਵਿੱਚ। ਨਾਨਕ ਦੁਨੀਆ ਕੀਆ ਵਡਿਆਈਆ ਅੱਗੀ ਸੇਤੀ ਜਾਲ। ਗੁਰੂਦੇਵ ਫਰਮਾ ਰਹੇ ਨੇ ਕਿ ਦੁਨੀਆ ਦੀਆਂ ਸਾਰੀਆਂ ਜੋ ਖੁਸ਼ਹਾਲੀਆਂ ਨੇ, ਜੋ ਪ੍ਰਾਪਤੀਆਂ ਨੇ, ਪਦਾਰਥਕ ਖੁਸ਼ਹਾਲੀਆਂ ਨੇ, ਇਹ ਮਨੁੱਖ ਇਹਨਾਂ ਨੂੰ ਅੱਗ ਪਾ ਕੇ ਸਾੜ ਦੇ। ਕਿਉਂ? ਕਿਉਂਕਿ ਜੋ ਤੇਰੇ ਕੋਲ ਦੁਨਿਆਵੀ ਪ੍ਰਾਪਤੀਆਂ ਨੇ, ਇਹੀ ਪ੍ਰਾਪਤੀਆਂ ਜੋ ਹੈ ਮਨੁੱਖ ਤੈਨੂੰ ਵਿਸ਼ੇ ਵਿਕਾਰਾਂ ਦੇ ਵਿੱਚ ਗ੍ਰਸਦੀਆਂ ਨੇ, ਤੇਰੇ ਮਨ ਨੂੰ ਭਟਕਾਉਂਦੀਆਂ ਨੇ, ਤੇਰੇ ਮਨ ਨੂੰ ਜੋ ਹੈ ਵਿਕਾਰਾਂ ਵਾਲੇ ਪਾਸੇ ਲੈ ਕੇ ਜਾਂਦੀਆਂ ਨੇ। ਇਸ ਲਈ ਇਹਨਾਂ ਚੀਜ਼ਾਂ ਨੂੰ ਅੱਗ ਦੇ ਨਾਲ ਸਾੜ ਦੇ। ਜੇਕਰ ਤੂੰ ਇਸ ਸੰਸਾਰ ਦੇ ਵਿੱਚ ਪ੍ਰਭੂ ਦੀ ਜੋ ਹੈ ਪਿਆਰ ਜਾਂ ਖੁਸ਼ੀ ਪ੍ਰਾਪਤ ਕਰਨਾ ਚਾਹੁੰਦਾ ਹੈ, ਅੱਗ ਨਾਲ ਸਾੜਨ ਤੋਂ ਭਾਵ ਹੈ ਕਿ ਆਪਣੇ ਮਨ ਦੇ ਵਿੱਚ ਜੋ ਹੈ ਇਹਨਾਂ ਚੀਜ਼ਾਂ ਦੇ ਪ੍ਰਤੀ ਮੋਹ ਜਾਂ ਲਾਲਸਾ, ਜੋ ਲਾਲਚ ਵਾਲੇ ਭਾਵ ਨੇ, ਉਹਨਾਂ ਨੂੰ ਖਤਮ ਕਰ ਦੇ। ਤਾਂ ਜੋ ਹੈ ਇਹ ਦੁਨਿਆਵੀ ਪ੍ਰਾਪਤੀਆਂ ਵੀ ਤੈਨੂੰ ਖੁਸ਼ੀ ਦੇਣਗੀਆਂ, ਸੁੱਖ ਦੇਣਗੀਆਂ, ਮਨ ਦੇ ਵਿੱਚ ਵੀ ਔਰ ਸਮਾਜ ਦੇ ਵਿੱਚ ਵੀ ਔਰ ਸੰਸਾਰ ਦੇ ਵਿੱਚ ਵੀ। ਕਿਉਂਕਿ ਜਦੋਂ ਇਨਸਾਨ ਜੋ ਹੈ ਲੋਭੀ ਹੋ ਜਾਂਦਾ ਹੈ, ਲਾਲਚੀ ਹੋ ਜਾਂਦਾ ਹੈ, ਹਰ ਪਲ ਉਸਦਾ ਹਿਰਦਾ ਜੋ ਹੈ, ਉਸਦਾ ਦਿਲ, ਉਸਦਾ ਦਿਮਾਗ ਜੋ ਹੈ ਦੁਨਿਆਵੀ ਜੋ ਪ੍ਰਾਪਤੀਆਂ ਹਨ ਉਹਨਾਂ ਦੇ ਵਿੱਚ ਉਲਝਿਆ ਰਹਿੰਦਾ ਹੈ। ਅਤੇ ਅਜਿਹਾ ਮਨੁੱਖ ਜੋ ਹੁੰਦਾ ਹੈ ਉਸਦੀ ਜ਼ਿੰਦਗੀ ਦੇ ਵਿੱਚ ਕਦੀ ਕੋਈ ਚੈਨ ਨਹੀਂ ਹੁੰਦਾ, ਕੋਈ ਮਾਨਸਿਕ ਖੁਸ਼ੀ ਨਹੀਂ ਹੁੰਦੀ। ਇਸ ਲਈ ਇਹ ਮਨੁੱਖ ਜੋ ਇਹ ਪਦਾਰਥਕ ਖੁਸ਼ਹਾਲੀਆਂ ਨੇ, ਇਹਨਾਂ ਦੇ ਪ੍ਰਤੀ ਆਪਣੇ ਮਨ ਨੂੰ ਲਗਾਮ ਦੇ। ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਜਲੀਆਂ ਨਾਲ। ਕਿਉਂਕਿ ਇਹ ਸੜ ਜਾਣੀਆਂ ਚੀਜ਼ਾਂ ਨੇ ਜਿਹੜੀਆਂ, ਭਾਵ ਇਹ ਜਲਾ ਦੇਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਪਦਾਰਥਕ ਖੁਸ਼ਹਾਲੀਆਂ ਨੇ ਜ਼ਿੰਦਗੀ ਦੀਆਂ, ਜੀਵਨ ਦੀਆਂ ਜੋ ਪਦਾਰਥਕ ਤੇਰੀਆਂ ਪ੍ਰਾਪਤੀਆਂ ਨੇ, ਇਹਨਾਂ ਨੇ ਤਾਂ ਤੈਨੂੰ ਤੇਰੇ ਅਸਲੀ ਮਕਸਦ ਚੰਗੇ ਕਰਮ ਨਾਮ ਸਿਮਰਨ ਭਾਵ ਚੰਗੇ ਕਰਮਾਂ ਤੋਂ ਦੂਰ ਕੀਤਾ ਹੋਇਆ ਹੈ ਇੱਕ ਨਾ ਚੱਲੀਆਂ ਨਾਲ। ਕਿਉਂਕਿ ਇਹ ਜੋ ਸਾਰੀਆਂ ਦੁਨਿਆਵੀ ਪ੍ਰਾਪਤੀਆਂ ਨੇ, ਇਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਅੰਤ ਵੇਲੇ ਤੇਰੇ ਨਾਲ ਨਹੀਂ ਜਾਣਾ। ਭਾਵ ਅੰਤ ਵੇਲੇ ਤੇਰਾ ਸਹਾਇਕ ਕਿਹਨੇ ਹੋਣਾ ਹੈ ਤੇਰੇ ਸ਼ੁਭ ਕਰਮਾਂ ਨੇ। ਜੋ ਤੂੰ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਉਪਕਾਰ ਵਾਲਾ ਕੰਮ ਕੀਤਾ ਹੈ, ਦੂਸਰਿਆਂ ਦੇ ਭਲੇ ਲਈ ਸੋਚਿਆ ਹੈ, ਇਹਨਾਂ ਤੇਰੇ ਉਪਕਾਰ ਵਾਲੇ ਕੰਮਾਂ ਨੇ ਹੀ, ਤੇਰੇ ਚੰਗੇ ਕਰਮਾਂ ਨੇ ਹੀ ਅੰਤ ਵੇਲੇ ਜੋ ਹੈ ਤੇਰਾ ਸਾਥ ਦੇਣਾ ਹੈ। ਧੰਨਵਾਦ।